ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਚਨ ਰਾਗ ਸੋਰਠ ਵਿੱਚ ਹਜ਼ੂਰ ਨੇ ਇਹ ਸ਼ਬਦ ਦਰਜ ਕੀਤਾ ਹੈ। ਕਰ ਇਸਨਾਨ ਸਿਮਰ ਪ੍ਰਭ ਆਪਣਾ। ਸਤਿਗੁਰੂ ਜੀ ਇਸ ਅੰਮ੍ਰਿਤ ਬਚਨ ਦੇ ਆਰੰਭ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਕਰ ਇਸ਼ਨਾਨ, ਕਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ ਕਰਕੇ, ਇਹਦਾ ਅਰਥ ਇਸ਼ਨਾਨ ਕਰਕੇ, ਸਿਮਰ ਪ੍ਰਭ ਆਪਣਾ, ਸਿਮਰ ਦੇ ਰਾਰੇ ਨੂੰ ਵੀ ਸਿਹਾਰੀ ਗਏ ਕਿ ਪਰਮਾਤਮਾ ਦਾ ਸਿਮਰਨ ਕਰਕੇ, ਇਸ਼ਨਾਨ ਕਰਕੇ, ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰਕੇ, ਉਸ ਦਾ ਨਾਮ ਜਪ ਕੇ ਮਨ ਤਨ ਭਏ ਅਰੋਗਾ। ਮਨ ਔਰ ਤਨ ਦੀ ਅਰੋਗਤਾ ਮਿਲੀ ਹੈ। ਮਨ ਵੀ ਅਰੋਗ ਹੋ ਗਿਆ ਤੇ ਤਨ ਵੀ ਅਰੋਗ ਹੋ ਗਿਆ। ਇਸ ਸ਼ਬਦ ਦੇ ਸੰਬੰਧ ਵਿੱਚ ਇੱਕ ਅਰਜ਼ ਮੈਂ ਹੋਰ ਕਰ ਦਿਆਂਗਾ। ਜੋ ਟੀਕਾ ਸ਼ਬਦਾਰਥ ਹੈ, 4 ਭਾਗ ਨੇ ਜੀ, ਜਿਸ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰਾ ਖਿਆਲ 1939 ਤੋਂ ਇਹ ਟੀਕਾ ਛਪਣਾ ਆਰੰਭ ਹੋਇਆ ਸੀ। ਇਹ ਜਦੋਂ ਵੀ ਆਪ ਸਹਿਜ ਪਾਠ ਅਰਥਾਂ ਸਮੇਤ ਕਰਨਾ ਚਾਹੋ ਤੇ ਇਸ ਦੇ 4 ਭਾਗ ਨੇ। ਇੱਕ ਤਾਂ ਜਿਤਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਸ ਹਿਸਾਬ ਨਾਲ ਹੀ ਟੀਕੇ ਦੇ ਅੰਗ ਬਣਾਏ ਗਏ। ਇਹ ਟੀਕੇ ਨੂੰ ਜਦੋਂ ਅੱਜ ਮੈਂ ਪੜ੍ਹ ਰਿਹਾ ਸਾਂ ਤੇ ਉਹਦੇ ਵਿੱਚ ਸ਼ਬਦਾਰਥੀ ਟੀਕਾਕਾਰ ਵਿਦਵਾਨਾਂ ਨੇ ਇਸ ਸ਼ਬਦ ਦੇ ਆਰੰਭ ਅਖੀਰ ਵਿੱਚ ਇੱਕ ਬਚਨ ਲਿਖਿਆ ਹੈ। ਉਹ ਕਹਿੰਦੇ ਨੇ ਇਹ ਸ਼ਬਦ ਪੜ੍ਹ ਕੇ ਇੰਜ ਮਹਿਸੂਸ ਹੁੰਦਾ ਹੈ, ਮਾਲੂਮ ਹੁੰਦਾ, ਲਫ਼ਜ਼ ਵਰਤਿਆ ਮਾਲੂਮ ਹੁੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਤਾਪ ਤੋਂ ਬੁਖਾਰ ਤੋਂ ਆਰੋਗ ਹੁੰਦੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਇਸ ਅੰਮ੍ਰਿਤ ਬਚਨ ਨੂੰ ਸ਼ੁਕਰਾਨੇ ਵਜੋਂ ਵੀ ਕਹਿ ਰਹੇ। ਪਰ ਇੱਕ ਗੱਲ ਹੋਰ, ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਪ੍ਰਥਾਏ ਸ਼ਬਦ ਜ਼ਰੂਰ ਨੇ, ਪਰ ਜਿਹੜਾ ਸ਼ਬਦ ਹੈ ਉਹ ਹਰ ਵੇਲੇ, ਹਰ ਸਮੇਂ, ਹਰ ਥਾਂ ਤੇ ਆਪਣੇ ਪੂਰਨ ਅਰਥ ਰੱਖਦਾ ਹੈ। ਇਸ ਦਾ ਅਰਥ ਕਿ ਇਹ ਹਰ ਇਨਸਾਨ ਵਾਸਤੇ ਉਪਦੇਸ਼ ਹੈ ਕਿ ਪਰਮਾਤਮਾ ਦਾ ਸਿਮਰਨ ਕਰਕੇ ਅੰਮ੍ਰਿਤ ਵੇਲੇ, ਹੁਣ ਮੈਂ ਲਫ਼ਜ਼ ਆਪਣੇ ਕੋਲੋਂ ਅੰਮ੍ਰਿਤ ਵੇਲਾ ਵਰਤਣ ਲੱਗਾ ਕਿਉਂਕਿ ਜਦੋਂ ਅਸੀਂ ਆਖਰੀ ਅਰਥ ਕਰਨੇ ਉਸ ਵਿੱਚ ਸਿੱਧੇ ਅਰਥ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਕੇ ਆਪਣੇ ਪਰਮਾਤਮਾ ਨੂੰ ਸਿਮਰ ਕੇ, ਤੇ ਟੀਕਾਕਾਰ ਫਿਰ ਇਹਦੇ ਵਿੱਚ ਅਰਥ ਬਣਾਉਂਦੇ ਨੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਧਿਆਨ ਜੋੜ ਕੇ ਇਕਾਗਰ ਹੋ ਕੇ ਨਾਮ ਜਪਣਾ। ਕੋਟ ਬਿਗਨ ਲਾਥੇ ਪ੍ਰਭ ਸਰਨਾ। ਕਰੋੜਾਂ ਜਿਹੜੇ ਬਿਗਨ ਨੇ ਜੀ, ਇੱਕ ਨਹੀਂ ਦੋ ਨਹੀਂ, ਜਦੋਂ ਸਿਮਰਨ ਕਰਾਂਗੇ, ਇਸ਼ਨਾਨ ਕਰਕੇ ਬੰਦਗੀ ਕਰਦੇ ਆ, ਸਿਮਰਨ ਔਰ ਇਸ਼ਨਾਨ ਦੀ ਤੁਫੈਲਿਸ਼, ਕਰੋੜਾਂ ਤਰ੍ਹਾਂ ਦੇ ਜਿਹੜੇ ਬਿਗਨ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਕਿਉਂਕਿ ਸਿਮਰਨ ਕਰਨਾ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਹੈ। ਪ੍ਰਗਟੇ ਭਲੇ ਸੰਜੋਗਾ। ਪ੍ਰਗਟੇ ਦਾ ਅਰਥ ਹੈ ਉਗੜ ਗਏ, ਭਲੇ ਦਾ ਅਰਥ ਹੈ ਚੰਗੇ, ਸੰਜੋਗ ਦਾ ਅਰਥ ਹੈ ਮਿਲਾਪ ਭਾਗ। ਇਹਦਾ ਅਰਥ ਹੋ ਗਿਆ ਜੀ ਕਿ ਚੰਗੇ ਭਾਗ ਉਗੜ ਗਏ, ਚੰਗਾ ਸਮਾਂ ਬਣ ਗਿਆ, ਸੰਜੋਗ ਬਣ ਗਿਆ। ਕਿਸ ਚੀਜ਼ ਦਾ? ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਪਰਮਾਤਮਾ ਦਾ ਸਿਮਰਨ ਕਰਕੇ, ਇਸ਼ਨਾਨ ਕਰਕੇ ਤਨ ਤੇ ਮਨ ਅਰੋਗ ਹੋ ਗਏ। ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਕਰਕੇ ਕਰੋੜਾਂ ਵਿਘਨ, ਕਰੋੜਾਂ ਰੁਕਾਵਟਾਂ ਜਿਹੜੀਆਂ ਸਨ ਉਹ ਦੂਰ ਹੋ ਗਈਆਂ। ਤੇ ਮਹਾਰਾਜ ਕਹਿੰਦੇ ਇਹ ਜਿਹੜਾ ਸਮਾਂ ਹੈ, ਇਹ ਜਿਹੜਾ ਸੰਜੋਗ ਹੈ, ਇਹ ਕਰਤੇ ਪੁਰਖ ਵਾਹਿਗੁਰੂ ਜੀ ਨੇ ਬੜਾ ਭਲਾ ਬਣਾਇਆ ਹੈ। ਇਹ ਚੰਗਾ ਸੰਜੋਗ ਬਣ ਗਿਆ ਕਿ ਸਿਮਰਨ ਤੇ ਇਸ਼ਨਾਨ। ਥੋੜਾ ਜਿਹਾ ਇਸ ਦੀ ਵਿਆਖਿਆ ਆਪਾਂ ਕਰ ਲਈਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਨਾ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਭ ਤੋਂ ਪਹਿਲਾਂ, ਪਿਛਲੇ ਦਿਨੀ ਮੈਂ ਅਰਜ਼ ਕੀਤੀ ਸੀ, ਜਪ ਜੀ ਸਾਹਿਬ ਦੀ
ਚੌਥੀ ਪੌੜੀ ਦੇ ਵਿੱਚ ਇਸ ਸੰਬੰਧੀ ਸਾਨੂੰ ਬਖਸ਼ਿਸ਼ ਦਿੱਤੀ, ਕਿਉਂਕਿ ਇੱਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਉਸ ਦੇ ਨਾਮ ਨਾਲ ਜੁੜਨਾ। ਅਸੀਂ ਜਦੋਂ ਜਪ ਜੀ ਸਾਹਿਬ ਦੀ ਚੌਥੀ ਪੌੜੀ ਪੜ੍ਹਦੇ ਖਾਂ ਤੇ ਉਸ ਵਿੱਚ ਸਤਿਗੁਰੂ ਦਾ ਬਚਨ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੱਚੇ ਮਾਲਕ ਨੇ। ਸਾਚਾ ਸਾਹਿਬ ਦਾ ਅਰਥ ਹੈ ਸੱਚੇ ਮਾਲਕ ਨੇ। ਉਹਨਾਂ ਦਾ ਜਿਹੜਾ ਨਾਮ ਹੈ, ਨਾਮਣਾ ਹੈ, ਉਹ ਵੀ ਸੱਚਾ ਹੈ, ਕਿਉਂਕਿ ਆਪ ਸੱਚੇ ਨੇ, ਉਹਨਾਂ ਦਾ ਨਾਮ ਵੀ ਸੱਚ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ, ਭਾਖਿਆ ਦਾ ਅਰਥ ਹੈ ਭਾਸ਼ਾ ਬੋਲੀ। ਉਹਨਾਂ ਦੀ ਜਿਹੜੀ ਬੋਲੀ ਹੈ ਵਾਹਿਗੁਰੂ ਜੀ ਦੀ, ਆ ਬਾਹਰ ਮੁਖੀ ਸਾਡੀ ਮਾਨਵੀ ਬੋਲੀਆਂ ਨੇ ਜੀ। ਅਸੀਂ ਬੋਲਦੇ ਹਾਂ, ਕੋਈ ਪੰਜਾਬੀ ਬੋਲ ਰਿਹਾ ਹੈ, ਕੋਈ ਅਰਬੀ ਬੋਲ ਰਿਹਾ ਹੈ, ਕੋਈ ਸਪੈਨਿਸ਼ ਬੋਲ ਰਿਹਾ ਹੈ, ਕੋਈ ਇੰਗਲਿਸ਼ ਬੋਲ ਰਿਹਾ ਹੈ, ਕੋਈ ਸੰਸਕ੍ਰਿਤ ਬੋਲ ਰਿਹਾ ਹੈ, ਕੋਈ ਤਾਮਿਲ, ਕੋਈ ਕੰਨੜ, ਕੋਈ ਬੰਗਲਾ। ਇਹ ਵੱਖ-ਵੱਖ ਸਾਡੀਆਂ ਮਾਨਵੀ ਬੋਲੀਆਂ ਨੇ, ਇਹ ਮਨੁੱਖਾਂ ਦੀਆਂ ਬੋਲੀਆਂ ਨੇ। ਪਰ ਵਾਹਿਗੁਰੂ ਜੀ ਦੀ ਬੋਲੀ ਕੀ ਹੈ ਜੀ? ਉਹ ਕਿਹੜੀ ਬੋਲੀ ਸਮਝਦੇ ਆ? ਕਿ ਅਸੀਂ ਪੰਜਾਬੀ 'ਚ ਬੋਲਾਂਗੇ ਤਾਂ, ਜਾਂ ਕੋਈ ਹੋਰ ਭਾਸ਼ਾ ਦੀ ਵਰਤੋਂ ਕਰਾਂਗੇ? ਇੱਥੇ ਸਤਿਗੁਰਾਂ ਨੇ ਇੱਕੋ ਸ਼ਬਦ ਵਰਤਿਆ, ਕੋਈ ਮਾਨਵੀ ਬੋਲੀ ਨਹੀਂ ਲਈ। ਇਹਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਭਾਈ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਜਿਹੜੀ ਭਾਖਾ ਹੈ ਨਾ, ਉਹ ਕੇਵਲ ਪ੍ਰੇਮ ਹੈ। ਜਿਸ ਅੰਦਰ ਪ੍ਰੇਮ ਪੈਦਾ ਹੋ ਜਾਏ, ਸਤਿਗੁਰੂ ਬਖਸ਼ਿਸ਼ ਕਰ ਰਿਹਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਸ ਦੀ ਬੋਲੀ ਪਿਆਰ ਹੈ ਜੀ। ਆਖੈ ਅਸੀਂ ਆਖਨੇ ਆ ਜੀ, ਮੰਗਹਿ ਅਸੀਂ ਵਾਹਿਗੁਰੂ ਜੀ ਦੇ ਦਰ ਤੋਂ ਮੰਗਨੇ ਖਾਂ। ਆਖੈ ਮੰਗਹਿ ਦੇਹ ਦੇਹ, ਵਾਹਿਗੁਰੂ ਜੀ ਸਾਨੂੰ ਇਹ ਦਾਤਾਂ ਦਿਓ। ਉਹ ਸੁਣਦੇ ਨੇ, ਫਿਰ ਕੀ ਕਰਦੇ ਆ? ਦਾਤ ਕਰੇ ਦਾਤਾਰ, ਦਾਤਾਰ ਜੀ ਆਪਣੀਆਂ ਦਾਤਾਂ ਬਖਸ਼ ਦਿੰਦੇ ਆ। ਇੱਥੇ ਸਤਿਗੁਰੂ ਅੱਗੇ ਬਖਸ਼ਿਸ਼ ਕਰ ਰਿਹਾ, ਅਸੀਂ ਆਖਿਆ ਤੁਹਾਡੇ ਤੋਂ ਮੰਗਿਆ, ਤੁਸੀਂ ਪਰਮੇਸ਼ਵਰ ਜੀ ਦਾਤ ਦੇ ਦਿੱਤੀ। ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ। ਤੁਹਾਡੇ ਤੋਂ ਮੰਗਿਆ, ਆਪ ਜੀ ਅੱਗੇ ਕੀ ਰੱਖੀਏ ਜੀ? ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਜਿਸ ਨਾਲ ਆਪ ਜੀ ਦੇ ਦਰਬਾਰ ਦੇ ਦਰਸ਼ਨ ਹੋਣ। ਮੋਹ ਕੇ ਬੋਲਣ ਬੋਲੀਐ, ਮੂੰਹ ਤੋਂ ਕਿਹੜੇ ਸ਼ਬਦ, ਕਿਹੜੇ ਵਾਕ, ਕਿਹੜੇ ਬੋਲ ਬੋਲੀਏ। ਜਿਤ ਸੁਣ ਧਰੇ ਪਿਆਰ। ਇਸ ਬੇਨਤੀ ਨੂੰ ਫਿਰ ਸੁਣਿਓ ਜੀ, ਮਹਾਰਾਜ ਦਾ ਤੇ ਹੁਕਮ ਹੈ ਨਾ ਜੀ, ਜਿਹਦੇ ਸੁਣ ਨਾਲ ਪਰਮਾਤਮਾ ਪਿਆਰ ਕਰੇ। ਉਂਝ ਵੈਸੇ ਦਾਸ ਕਈ ਵਾਰੀ ਅਰਜ਼ ਕਰਦਾ ਹੈ, ਬਾਣੀ ਸਾਰੀ ਚ ਅਸੀਂ ਕਹਿੰਦੇ ਆ ਕਿ ਮਨੁੱਖ ਤੂੰ ਪਰਮਾਤਮਾ ਨੂੰ ਪਿਆਰ ਕਰ। ਅਸੀਂ ਸਾਰੇ ਪਾਠ ਕਰਨੇ ਆ, ਐਸੀ ਪ੍ਰੀਤ ਕਰੋ ਮਨ ਮੇਰੇ, ਰੇ ਮਨ ਐਸੀ ਹਰ ਕਿਉਂ ਪ੍ਰੀਤ ਕਰ, ਜੈਸੀ ਮਛਲੀ ਨੀਰ। ਅਸੀਂ ਸਾਰੀ ਬਾਣੀ ਚ ਪੜ੍ਹਨੇ ਆ, ਇਨਸਾਨ ਤੂੰ ਪਰਮਾਤਮਾ ਨੂੰ ਪਿਆਰ ਕਰ, ਪ੍ਰਭੂ ਨੂੰ ਪ੍ਰੇਮ ਕਰ। ਇੱਥੇ ਸਤਿਗੁਰੂ ਜੀ ਇਹ ਸ਼ਬਦ ਕਹਿ ਰਹੇ ਨੇ, ਵਾਹਿਗੁਰੂ ਪਿਆਰ ਕਿਵੇਂ ਕਰੇ? ਜਿਤ ਸੁਣ ਧਰੇ ਪਿਆਰ, ਉਹ ਸੁਣ ਕੇ ਸਾਨੂੰ ਪਿਆਰ ਕਰਨ ਲੱਗ ਪਵੇ। ਤੇ ਮਹਾਰਾਜ ਉੱਥੇ ਬਖਸ਼ਿਸ਼ ਕਰ ਰਿਹਾ ਕਿ ਆਹ ਕੰਮ ਕਰੀ ਤੇ ਜ਼ਰੂਰ ਪਿਆਰ ਤੈਨੂੰ ਕਰਨਗੇ, ਤੇਰੇ ਤੇ ਰਹਿਮਤ ਦਾ ਮੀਂਹ ਵਰਸਾ ਦੇਣਗੇ। ਇਹ ਕੰਮ ਕੀ ਕਰਨਾ ਹੈ? ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ, ਪਿਛਲੇ ਦਿਨੀ ਦਾਸ ਨੇ ਕਿਹਾ ਸੀ ਜੀ, ਜਿਹੜਾ ਵੇਲੇ ਨਾਲ ਅੰਮ੍ਰਿਤ ਸ਼ਬਦ ਲਾਇਆ ਹੈ, ਇਹ ਸਿਰਫ ਧੰਨ ਗੁਰੂ ਨਾਨਕ ਦੇਵ ਜੀ ਨੇ ਵਰਤਿਆ। ਸਤਿਗੁਰਾਂ ਤੋਂ ਪਹਿਲਾਂ ਕਿਸੇ ਨੇ ਵੀ ਵੇਲੇ ਨਾਲ ਸ਼ਬਦ ਅੰਮ੍ਰਿਤ ਨਹੀਂ ਲਾਇਆ। ਅੰਮ੍ਰਿਤ ਵੇਲਾ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਦਾਤ ਹੈ। ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲੇ ਉੱਠ ਕੇ ਸੱਚੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ, ਉਹਦੀ ਵਿਚਾਰ ਕਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ। ਆਪਣੇ ਕਰਮ ਕਰਕੇ, ਮੰਨ ਲਓ ਜੋ ਤੂੰ ਕਰਮ ਕਰ ਰਿਹਾ ਹੈ, ਇਹ ਕਹਿ ਮੇਰੇ ਕੰਮ ਬੜੇ ਚੰਗੇ ਨੇ ਜੀ, ਨਾਮ ਦੀ ਕੀ ਲੋੜ? ਮੈਂ ਸੱਚ ਬੋਲਣਾ, ਮੈਂ ਝੂਠ ਨਹੀਂ ਬੋਲਦਾ, ਮੈਂ ਚੰਗੇ ਕੰਮ ਕਰਨਾ, ਮੈਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਮੰਦ ਵਾਸ਼ਨਾ ਤੋਂ। ਸਤਿਗੁਰੂ ਕਹਿੰਦੇ ਚੰਗੇ ਕਰਮਾਂ ਨਾਲ ਸਰੀਰ ਰੂਪੀ ਕੱਪੜਾ ਦੁਬਾਰਾ ਮਿਲ ਸਕਦਾ ਹੈ। ਫਿਰ ਅਰਜ਼ ਸੁਣਿਓ, ਕਰਮੀ ਆਵੇ ਕੱਪੜਾ, ਪਰ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ
ਉਹ ਕਰਮਾਂ ਨਾਲ ਨਹੀਂ ਮਿਲਦਾ, ਉਹ ਨਦਰ ਨਾਲ ਮਿਲਦਾ ਹੈ। ਨਦਰ ਲੈਣੀ ਹੈ ਤੇ ਅੰਮ੍ਰਿਤ ਵੇ ਉੱਠ ਕੇ ਬੰਦਗੀ ਕਰਿਆ ਕਰ। ਕਰਮੀ ਆਵੇ ਕਪੜਾ, ਨਦਰੀ ਮੋਖ ਦਵਾਰ, ਮੁਕਤੀ ਦਾ ਦਰਵਾਜ਼ਾ। ਇੱਕ ਹੋਰ ਅਰਜ਼ ਹੈ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ, ਉਂਝ ਅੰਮ੍ਰਿਤ ਵੇਲੇ ਭਾਗਾਂ ਵਾਲੇ ਉਹ ਸੱਜਣ ਨੇ ਜੀ ਜਿਨ੍ਹਾਂ ਨੂੰ ਸਤਿਗੁਰੂ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦਿੰਦੇ। ਸਭ ਤੋਂ ਪਹਿਲਾਂ ਤਾਂ ਉਹ ਸ਼ੁਕਰਾਨਾ ਇਹੀ ਕਰਨ, ਮੇਰੇ ਦਾਤਾ ਜੀ ਕੋਟਾਨ ਕੋਟ ਤੁਹਾਡਾ ਸ਼ੁਕਰ, ਤੁਸੀਂ ਅੰਮ੍ਰਿਤ ਵੇਲੇ ਦੀ ਦਾਤ ਮੈਨੂੰ ਬਖਸ਼ੀ ਹੈ। ਉਂਝ ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਹੈ, ਮਾਰੂ ਰਾਗ ਹੈ ਜੀ। ਆਪਾਂ ਯਤਨ ਕਰ ਰਹੇ ਹਾਂ ਜੀ, ਜਿੰਦਤ ਦੀ ਕਥਾ ਕਰ ਰਹੇ ਹਾਂ ਸ਼ਬਦ ਵਿੱਚੋਂ ਜਾਂ ਗੁਰੂ ਇਤਿਹਾਸ ਵਿੱਚੋਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਰਾਗ ਵਿੱਚ ਸਤਿਗੁਰਾਂ ਦਾ ਸ਼ਬਦ ਹੈ। ਤੇ ਦਾਸ ਨੇ ਇੱਕ ਵਾਰ ਕਿਹਾ ਸੀ ਜੀ, ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਸ਼ਬਦ ਹੈਡਿੰਗ ਹੁੰਦਾ ਹੈ, ਪਹਿਲੀ ਵਾਰ ਉੱਥੇ ਹੁੰਦਾ ਹੈ। ਉਸ ਤੋਂ ਪਹਿਲਾਂ ਸਾਡੇ ਕੋਲ ਰਾਗ ਹੋਰ ਨੇ, ਪਰ ਉਹਦੇ ਉੱਤੇ ਮਹੱਲਾ ਆਉਂਦਾ, ਚੌਪਦੇ ਆਉਣਗੇ, ਅਸ਼ਟਪਦੀਆਂ ਆਉਣਗੀਆਂ, ਛੰਤ ਆਏਗਾ। ਪਰ ਜਿਹੜਾ ਸ਼ਬਦ ਹੈਡਿੰਗ ਹੈ, ਸ਼ਬਦ ਦਾ ਹੈਡਿੰਗ ਪਹਿਲੀ ਵਾਰ ਮਾਰੂ ਰਾਗ ਵਿੱਚ ਆਉਂਦਾ ਹੈ। ਮਾਰੂ ਰਾਗ ਸ਼ੁਰੂ ਹੁੰਦਾ ਹੈ ਕਿ ਸਾਜਨ ਤੇਰੇ ਚਰਨ ਕੀ ਹੋਏ ਰਾਹ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ। ਉਸ ਤੋਂ ਅੱਗੇ ਜੀ ਗੁਰਮੁਖੋ ਸ਼ਬਦ, ਉੱਥੇ ਤੇ ਸ਼ਬਦ ਲਿਖਿਆ ਜੀ ਸੱਸਾ ਬੱਬਾ ਤੇ ਦੱਦਾ ਸ਼ਬਦ। ਹੁਣ ਜਿਹੜੇ ਅੰਮ੍ਰਿਤ ਵੇਲੇ ਉੱਠਣੇ ਆ, ਜਿਹੜੇ ਗੁਰਮੁਖ ਜਗਿਆਸੂਆਂ ਨੂੰ ਅੰਮ੍ਰਿਤ ਵੇਲਾ ਸਤਿਗੁਰੂ ਰੋਜ਼ ਬਖਸ਼ਦਾ ਹੈ ਜੀ। ਉਹਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਆ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇਹ, ਖੇਮੇ ਛਤਰ ਸਰਾਈਚੇ ਦਿਸਣ ਰਥ ਪੀੜੇ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ। ਆਪਾਂ ਇਹਨਾਂ ਤਿੰਨ ਤੁਕਾਂ ਦੇ ਅਰਥ ਜ਼ਰੂਰ ਕਰ ਲਈਏ। ਪਿੱਛੋਂ ਰਾਤੀ ਸਦੜਾ, ਇਸ ਵਿੱਚ ਸੱਚ ਹੈ ਕਿ ਆਪਣਾ ਉਦਮ ਅਸੀਂ ਭਾਵੇਂ ਕਰਨੇ ਆ, ਪਰ ਉਦਮ ਤੋਂ ਪਹਿਲਾਂ ਸਤਿਗੁਰੂ ਬਖਸ਼ਿਸ਼ ਦੀ ਗੱਲ ਕਰ ਰਿਹਾ। ਪਿੱਛੋਂ ਰਾਤੀ ਸਦੜਾ ਦਾ ਅਰਥ ਹੈ ਕਿ ਜਦੋਂ ਪਿਛਲ ਪੈਰ, ਜਿਹਨੂੰ ਆਪਾਂ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਕਿਹਾ, ਪਿੱਛੋਂ ਰਾਤੀ ਸਦੜਾ, ਪਿਛਲ ਪੈਰ ਅੰਮ੍ਰਿਤ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਵਿੱਚੋਂ ਪਿਆਰ ਦੇ ਸੱਦੇ ਆਉਂਦੇ ਨੇ। ਜਿਨ੍ਹਾਂ ਨੂੰ ਪਿਆਰ ਦੇ ਸੱਦੇ ਆਉਂਦੇ ਨੇ ਪਿਆਰਿਓ ਗੁਰਮੁਖੋ, ਉਹੀ ਆਲਸ ਤਿਆਗ ਕੇ ਕਰਤੇ ਪੁਰਖ ਵਾਹਿਗੁਰੂ ਦੀ ਯਾਦ ਵੀ ਜੁੜਦੇ। ਇਸ ਨੂੰ ਫਿਰ ਅਰਜ ਮੈਂ ਥੋੜੀ ਜੀ ਸੱਦੜੇ ਦੇ ਅਰਥ, ਕਿਉਂਕਿ ਗੁਰਬਾਣੀ 'ਚ ਸੱਦਾ, ਸੱਦੜੇ, ਸੱਦੜਾ, ਇਹ ਸਾਰੇ ਲਫ਼ਜ਼ ਸਤਿਗੁਰਾਂ ਨੇ ਵਰਤੇ। ਹੁਣ ਇੱਕ ਸੱਦੜੇ ਦਾ ਅਰਥ ਹੁੰਦਾ ਹੈ ਕਿ ਪ੍ਰਮਾਤਮਾ ਵੱਲੋਂ ਆਇਆ ਸੱਦਾ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਅਸੀਂ ਰਾਮਕਲੀ ਸੱਦ ਪੜ੍ਹਨੇ ਆ, ਉਹਦੇ ਵਿੱਚ ਵੀ ਅਕਾਲ ਪੁਰਖ ਵੱਲੋਂ ਇਹ ਸੱਦਾ ਵੀ ਹੈ। ਤੇ ਪਰ ਇੱਕ ਗੱਲ ਹੋਰ, ਸੱਦ ਅਸਲ 'ਚ ਇੱਕ ਜਿਵੇਂ ਸੰਗੀਤ ਨਾਲ ਜੋੜਿਆ ਹੋਇਆ ਸੱਦ ਇੱਕ ਤਰਜ ਵੀ ਹੈ। ਇੱਥੇ ਸਤਿਗੁਰੂ ਕਹਿੰਦੇ ਪਿੱਛੋਂ ਰਾਤੀ ਸੱਦੜਾ, ਪਿਛਲ ਰਾਤ ਪਿਆਰ ਭਰੇ ਸੱਦੇ ਆਉਂਦੇ ਆ ਤੇ ਸੱਦਿਆਂ ਵਾਲੇ ਹੀ ਉੱਠ ਕੇ ਕਰਤਾਰ ਦੀ ਬੰਦਗੀ ਕਰਦੇ। ਹੁਣ ਉਹ ਸੱਦੜਾ ਕਿਵੇਂ ਹੈ ਜੀ? ਇੱਕ ਉਦਾਹਰਨ ਅਕਸਰ ਇਸ ਸ਼ਲੋਕ ਦੇ ਅਰਥ ਕਰਨ ਲਈ ਮੈਂ ਵਰਤਣਾ ਵਾ, ਭਾਵੇਂ ਉਸ ਵੀ ਜ਼ਿਕਰ ਨਹੀਂ, ਪਰ ਸ਼ਬਦ ਹੈ ਸੱਦੜਾ। ਦੇਖੋ ਆਪਣੇ ਪਿੰਡਾਂ ਵਿੱਚ ਜੀ ਪੁਰਾਤਨ ਸਮੇਂ, ਅੱਜ ਵੀ ਚਲੋ ਅਸੀਂ ਵੇਖ ਲਈਏ ਕਿ ਪੁਰਾਣੇ ਸਮੇਂ 'ਚ ਜਦੋਂ ਕਿਸੇ ਦੇ ਘਰ ਬੇਟੀ ਜਾਂ ਬੇਟੇ ਦਾ ਵਿਆਹ ਹੁੰਦਾ ਸੀ, ਕੋਈ ਅੱਜ ਵਾਲਾ ਤਾਂ ਪ੍ਰਬੰਧ ਨਹੀਂ ਸੀ ਜੀ, ਇੱਕ ਲਾਗੀ ਜਾਂਦਾ ਸੀ ਜਾਂ ਲਾਗਣ ਜਾਂਦੀ ਸੀ ਕੰਮ ਕਰਨ ਵਾਲੀ ਬੀਬੀ ਜਾਂ ਬੰਦਾ, ਉਹ ਲੋਕਾਂ ਦੇ ਘਰਾਂ ਵਿੱਚ ਸੱਦੇ ਦੇ ਆਉਂਦਾ ਸੀ ਵੀ ਇਸ ਘਰ 'ਚ ਵਿਆਹ ਹੈ। ਜੇ ਬੇਟੀ ਜਾਂ ਬੇਟੇ ਦਾ ਕਿ ਰਾਤ ਨੂੰ ਬੀਬੀਆਂ ਨੇ ਗਾਉਣ ਬੈਠਣਾ ਹੈ, ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ, ਵਿਆਹ ਦਾ ਸੱਦਾ ਦੇ ਆਏ। ਹੁਣ ਜਿਨ੍ਹਾਂ ਘਰਾਂ ਦੇ ਵਿੱਚ ਸੱਦੇ ਗਏ ਆ, ਉਹ ਬੀਬੀਆਂ ਉਸ ਕਹਿ ਲੋ ਵਿਆਹ ਵਿੱਚ ਸ਼ਮੂਲੀਅਤ ਕਰਦੀਆਂ ਨੇ। ਤੇ ਜੇ ਉਸ ਘਰ ਦੇ ਬਿਲਕੁਲ ਕੰਧ ਸਾਂਝੀ ਹੋਵੇ ਤੇ ਉਸ ਬੀਬੀ ਦੇ ਕੰਨਾਂ ਵਿੱਚ ਆਵਾਜ਼ ਵੀ ਪੈਂਦੀ ਹੋਵੇ ਵਿਆਹ ਦੇ ਸੰਗੀਤ ਦੀ, ਬੀਬੀਆਂ ਦੇ ਗਾਉਣ ਦੀ, ਪਰ ਉਹ ਕਦੀ ਆਪਣੇ ਆਪ ਬਿਨਾਂ ਬੁਲਾਈ ਨਹੀਂ ਆਏਗੀ। ਤੇ ਜੇ ਉਹਨੂੰ ਕੋਈ ਪੁੱਛ ਲੈ ਵੀ ਸਾਰਾ ਪਿੰਡ ਇਕੱਠਾ ਹੋਇਆ ਤੁਸੀਂ ਨਹੀਂ ਆਏ, ਉਹ ਕਹਿੰਦੀ ਮੇਰੇ ਘਰ ਸੱਦਾ ਹੀ ਨਹੀਂ ਆਇਆ। ਸੱਦੇ ਤੋਂ ਬਿਨਾਂ ਗਾਉਣ ਕਿਵੇਂ ਆ ਜਾ? ਮੈਂ ਆਪ ਨੂੰ ਬੇਨਤੀ ਕਰਾਂ, ਇਹ ਦੁਨਿਆਵੀ ਜੀ ਉਦਾਹਰਨ ਹੈ। ਜਿਸ ਦੇ ਘਰ ਵਿੱਚ ਸੱਦਾ ਆਵੇ ਉਹ ਹੀ ਸ਼ਮੂਲੀਅਤ ਕਰਦਾ ਹੈ, ਬਿਨਾਂ ਸੱਦੇ ਤੋਂ ਨਹੀਂ। ਇੱਥੇ ਸਤਿਗੁਰੂ ਬਚਨ ਕਰ ਰਿਹਾ, ਗੁਰਸਿੱਖੋ ਗੁਰਮੁਖੋ, ਹੇ ਭਾਈ
गुरु के प्यारिओ कि अमृत वेले जिन्हां दे घर विच करते पुरख वैगुरु दे प्यार भरे सदे हुंदे ने प्यारिओ, वो अमृत वेले उठ के परमात्मा दी बंदगी करदे। पहला तां शुकराना है कि वैगुरु जी दा सदा आया, पिछों राती सदड़ा नाम खसम का लेह, ते जेड़े खसम दा नाम लैंदे ने उन्हां नूं वडियाई हर हालत विच मिलनी ही मिलनी है। दुनिया दी कोई ताकत उन्हां दी वडियाई रोक नहीं सकेगी। अगले सतगुरां ने शब्द वरतिया है, पिछों राती सदड़ा नाम खसम का लेह, खेमे अतंबू शतर, आ जेड़े कीमती शतर ने चंदोए, खेमे शतर सराइचे कनाता, तंबू कनाता शतर चंदोए, दिसन रथ पीड़े। फिर सुनियो, जदों किसी बंदे नूं बहुत इज्जत पुराने समय दित्ती जांदी सी, ਉਹਦੇ ਵਾਸਤੇ ਚੰਗੇ ਚੰਦੋਏ, ਪਰ ਇਹਦੀ ਤੁਲਨਾ ਗੁਰੂ ਘਰ ਨਾਲ ਨਹੀਂ ਕਰਨੀ। ਇੱਕ ਉਦਾਹਰਨ ਵਜੋਂ ਲੈਣਾ, ਕਿਉਂਕਿ ਬੜੀ ਵੱਡੀ ਸਮੱਸਿਆ ਅੱਜ ਆਖਰੀ ਦਿਨ ਹੈ ਤੇ ਮੈਂ ਸੱਚੀ ਲਾਈਵ ਕਹਿਣਾ, ਇਹ ਜਿਹੜੀ ਇੱਥੇ ਕਥਾ ਹੈ ਨਾ, ਇਹ ਸਮਝੋ ਵੀ ਖੰਡੇ ਦੀ ਧਾਰ ਉੱਤੇ ਚੱਲਣਾ ਹੁੰਦਾ ਬੰਦੇ, ਕੋਈ ਸ਼ੱਕ ਨਹੀਂ। ਅਸੀਂ ਇਨਸਾਨ ਹਾਂ ਜੀ, ਉਹ ਵੈਸੇ ਖਿਮਾ ਸਾਰੀਆਂ ਮੰਗ ਕੇ ਜਾਵਾਂਗਾ ਜੀ। ਇੱਕ ਸ਼ਬਦ ਦੀ ਗਲਤੀ, ਇੱਕ ਸ਼ਬਦ ਦੀ ਗੁਸਤਾਖੀ, ਦੋਨਾਂ 'ਚ ਬੜਾ ਫਰਕ ਹੈ। गलती सवैकन बंदा कर जाता है जी, बोलदिया हो जाती है, आदत पक्की हुंदी है, पर गुस्ताखी हुंदी है जान बुझ के कुछ करना। इत्थे सतगुरु जी शब्द वरत रहा, खेमे शतर सराइचे दिसन रथ पीड़े। रथ पीड़े का अर्थ है रथ बीड़े हुए ने, तैयार किए हुए ने, कि जिवें मन लो किसी बंदे नूं अदब देना है, उहदे लई सिंघासन ला दिता, चंदोवा ला दिता, शतर ला दिता, जिथों उहने निकल के जाना है अगे कीमती घोड़े रख अगे बीड़े हुए ने ते रथवान तैयार खलोता है। महाराज कहते ने सच एवे जिहड़ा पिछल रात जाके परमात्मा की बंदगी करदा है, ये वडियाइयां तां रब ने सुते सिद्ध नूं देणियां ही देणियां। पिछों राती सदड़ा नाम खसम का ले, खेमे सतर शराइते दिसन रथ पीड़े। अगे सतगुरु बचन करदे, जिन्नी तेरा नाम ध्याया। वाहिगुरु जी जिन्हां ने अमृत वेले उठ के तुहाडी बंदगी कीती। आपां कथा कर रहे हैं, कारी इशनान सिमर प्रभ अपना। महाराज कहते जिन्नी तेरा नाम ध्याया तिनको सद मिले। इत्थे सद दे दद्दे नूं सिहारी जी सद के कि जिन्हां ने अमृत वेले उठ के नाम जपिया है, वो नाम ही मंगण। मेरे वाहिगुरु जी ये दातां तुसीं सद के उन्हां दी झोली विच पा दिंदे हो। सतगुरु कहते पिछर रात मैं आप नूं बेनती कीती परमात्मा की बंदगी, इसे करके सतगुरां दा बचन है कि चौथा पैर सबाह कै सुरतियां उपजा चाओ। अमृत वेले चाह हुंदा है सुरती वालियां नूं, जेड़े उच्ची सुरत वाले ने। महाराज कहते चौथा पैर सबाह कै सुरतियां उपजा चाओ, तिन्हां दरियावां स्यों दोस्ती, उन्हां गुरमुखां दी दरियावां नाल मित्रता है। इहदे बारमुखी अर्थ भी कीते इशनान लई, पर अंतरीवी अर्थ ने मन मुख सच्चा नाम वखरा वखरा पाठ जी। मन विच मुख विच जिन्हां गुरमुखां दे मन विच ते मुख विच सच्चा नाम है, वो अंदरों दरिया की तरह ने। पिछर रात जागण वाले चाह नाल उठ के उन्हां दी संगत विच पहुंचदे आ। महाराज कहंदे ने कि चौथा पार सबां कै सुरतियां उपजा चाओ, तिन्हां दरियावां स्यों दोस्ती, मन मुख सच्चा नाम। उथे अमृत वंडिया, अमृत वेले नाम अमृत वंडिया जाता है। करमी होए पसाओ, करमी दा अर्थ बख्शिश, पसाओ दा अर्थ है प्रसाद। जिन्हां उत्ते करते पुरख दी बख्शिश हो जाए, उन्हां नूं गुरमुखो अमृत वेले इहदा प्रसाद मिलदा है। अज सतगुरु ने सानू ये उपदेश दिता है कि अमृत वेले उठ के इशनान करना बहुत जरूरी है जी। मेरी अर्ज है, कई बार असीं हुण कह दिंदे हां जल के मज्जन जे गत होवै, नित नित मेंढक नहावै। प्यारिओ वो कर्म कांडी लोकां नूं किहा है, सिख वास्ते तां गुरु दा हुक्म है कि अमृत वेले उठ के ये इशनान करे। आप जी पढ़दे हो, भाई गुरदास साहब कहंदे आ, गुरसिख भलके उठ कर अमृत वेला सरना बंदा, गुर कै बचन उचार कै धर्मशाला दी सुरत करन दा, साध संगत विच जाए कै गुरबाणी दे प्रीत सुनन दा। अर्ज है कि अमृत वेले उठे ते महाराज कहते इशनान करे। एक होर अर्ज, कई बार चलो अर्थ करते सारे जी भी जेड़े वेले नाम जप लो उही वेला अमृत वेला है। ये भी सुनींदा है
ਕਿ ਜਦੋਂ ਵੀ ਨਾਮ ਜਪ ਲਓ ਅੰਮ੍ਰਿਤ ਵੇਲਾ ਉਦੋਂ ਹੀ ਹੈ। ਪਿਆਰਿਓ, ਇੱਕ ਗੱਲ ਚੇਤੇ ਰੱਖਿਓ ਕਿ ਵੇਲੇ ਸਾਰੀ ਚੰਗੇ ਨੇ ਜਦੋਂ ਕਰਤਾਰ ਚੇਤੇ ਆ ਜਾਏ, ਪਰ ਜਿਹੜੀ ਪਰਮੇਸ਼ਵਰ ਨੇ ਰਚਨਾ ਕੀਤੀ ਹੈ ਦਿਨ ਰਾਤ ਦੀ, ਰਾਤ ਬੰਦੋ ਜਦੋਂ ਸੌਂ ਕੇ ਉੱਠਦਾ ਹੈ ਅੰਮ੍ਰਿਤ ਵੇਲੇ ਅੰਦਰ ਬਿਲਕੁਲ ਥਕਾਵਟ ਨਹੀਂ, ਤਰੋ ਤਾਜ਼ਾ ਹੋਇਆ ਹੁੰਦਾ ਹੈ। ਤੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਸ਼ਬਦ ਇੱਕ ਹੋਰ ਵੀ ਵਰਤਿਆ ਕਿ ਅਸੀਂ ਪ੍ਰਭਾਤੀ ਸ਼ਬਦ ਵੀ ਵਰਤਨੇ, ਭਲਕੇ ਸ਼ਬਦ ਵੀ ਅੰਮ੍ਰਿਤ ਵੇਲੇ ਲਈ ਆਇਆ। ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਦਿਨ ਦਾਸ ਅਰਜ਼ ਕੀਤੀ ਸੀ ਜੀ, ਸਿੱਖ ਦੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੈ, ਅਧਿਆਤਮਕ ਜੀਵਨ ਹੈ, ਇਹ ਧੰਨ ਗੁਰੂ ਰਾਮਦਾਸ ਹੀ ਤਾਂ ਦੱਸਦੇ ਪਏ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਹੁਣ ਭਲਕੇ ਦਾ ਅਰਥ, ਭਲਕੇ ਤਾਂ ਅਸੀਂ ਪੰਜਾਬੀ ਚੁੰਝ ਵੀ ਕਹਿ ਦਿੰਦੇ ਆ ਵੀ ਭਲਕੇ ਆਪਾਂ ਮਿਲਾਂਗੇ ਦੁਪਹਿਰੇ, ਜਾਂ ਭਲਕੇ ਮਿਲਾਂਗੇ ਕੱਲ ਨੂੰ ਮਿਲਾਂਗੇ। ਹੁਣ ਕੱਲ ਤਾਂ 12 ਘੰਟਿਆਂ ਦੀ ਹੋ ਸਕਦੀ ਹੈ, ਪਰ ਇੱਥੇ ਸਤਿਗੁਰਾਂ ਨੇ ਭਲਕੇ ਦੇ ਨਾਲ ਇੱਕ ਵਿਸ਼ੇਸ਼ ਲਫ਼ਜ਼ ਪਾਇਆ, ਪ੍ਰਭਾਤੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ। ਇਹਦਾ ਮਤਲਬ ਫਿਰ ਸਮਝੋ, ਭਲਕੇ ਦਾ ਅਰਥ ਦੁਪਹਿਰਾ ਨਹੀਂ, ਭਲਕੇ ਨਾਲ ਸ਼ਬਦ ਪ੍ਰਭਾਤ ਵਰਤਿਤਾ, ਅੰਮ੍ਰਿਤ ਵੇਲਾ। ਜਿਵੇਂ ਪਾਠ ਕਰਨੇ ਆ, ਉਠ ਇਸ਼ਨਾਨ ਕਰੇ ਪ੍ਰਭਾਤੇ, ਅੰਮ੍ਰਿਤ ਵੇਲੇ ਉੱਠੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਸਤਿਗੁਰੂ ਕਹਿੰਦੇ ਨੇ ਕਿ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਜਿਹੜੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ। ਦੇਖੋ, ਸਤਿਗੁਰਾਂ ਨੇ ਅੱਤ ਦੇ ਵਿਖੜੇ ਸਮੇਂ ਵਿੱਚ ਵੀ, ਜਦੋਂ ਚਾਰ ਚੁਫੇਰੇ ਮੁਸੀਬਤਾਂ ਨੇ ਘੇਰਿਆ ਹੋਇਆ, ਇੱਕ ਤਾਂ ਮੌਸਮ ਦੀ ਖਰਾਬੀ, ਦੂਸਰਾ ਪਿੱਛੋਂ ਦੁਸ਼ਮਣ ਧਾਈ ਕਰਕੇ ਧੋਖਾ ਦੇ ਕੇ ਕਸਮਾਂ ਚੁੱਕ ਕੇ ਮੁੱਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਕਾਫਲੇ ਦੇ ਪਿੱਛੇ ਚੜਿਆ ਆ ਰਿਹਾ। ਇਦੋਂ ਵੱਡਾ ਕੋਈ ਸਮਾਂ ਹੋ ਸਕਦਾ ਹੈ ਜੀ? ਇੱਥੇ ਤਾਂ ਸੁੱਖ ਵੇਲੇ ਅੰਮ੍ਰਿਤ ਵੇਲਾ ਚਲਾ ਜਾਂਦਾ ਜੀ, ਥੋੜਾ ਸੁੱਖ ਮਿਲੇ ਨਹੀਂ ਜੀ, ਸੌਂ ਹੀ ਨਹੀਂ ਸਕੇ ਜੀ, ਰਾਤ ਦੁੱਖ ਆ ਜਾਏ ਤਾਂ ਮੈਂ ਕਹਿੰਦਾ ਇਦੋਂ ਵੱਡੀ ਕੋਈ ਦੁਨੀਆ 'ਚ ਮਿਸਾਲ ਹੋਵੇਗੀ ਜੀ? ਸਤਿਗੁਰਾਂ ਨੇ 6 ਪੋਹ ਦੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਕਿਲਾ ਛੱਡ ਦਿੱਤਾ ਹੈ, ਕਸਮਾਂ ਚੁੱਕਣ ਵਾਲੇ ਮੁੱਕਰ ਕੇ। ਤੇ ਸਤਿਗੁਰੂ ਜੀ ਨੇ ਇਹ ਜ਼ਫਰਨਾਮੇ ਵਿੱਚ ਜਦੋਂ ਦਾਸਤਾਨ ਸ਼ੁਰੂ ਕੀਤੀ, ਉਸ ਵਿੱਚ ਜਿਹੜੇ ਪਹਿਲੇ ਸ਼ੇਰ ਲਿਖੇ ਨੇ ਉਹ ਕਸਮ ਨਾਲ ਸੰਬੰਧਿਤ ਹੈ। ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਜ ਦ ਗਵਾਹ ਅਸਤ ਯਜਦਾ ਯਕੇਸਤ। ਥੋੜੀ ਜੀ ਬੇਨਤੀ ਸੁਣਿਓ, ਮੈਂ ਇਸ ਸੰਬੰਧੀ ਇਹ ਅਰਜ਼ ਕਰਨੀ ਹੈ। ਮਹਾਰਾਜ ਕਹਿੰਦੇ ਨੇ ਮਰਾ ਐਤਬਾਰੇ ਬਰੀ ਕਸਮ ਨੇਸਤ, ਇਹਦਾ ਅਰਥ ਹੈ ਮੈਨੂੰ ਤੁਹਾਡੀ ਚੁੱਕੀ ਹੋਈ ਕਸਮ ਤੇ ਰੰਚਕ ਭਰ ਵੀ ਭਰੋਸਾ ਨਹੀਂ। ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਜ ਦ ਗਵਾਹ ਅਸਤ ਯਜਦਾ ਯਕੇਸਤ। ਔਰੰਗਜ਼ੇਬ, ਤੂੰ ਕਿਹਾ ਸੀ ਵੀ ਮੈਂ ਕਸਮ ਚੁੱਕ ਰਿਹਾ, ਕੁਰਾਨ ਤੇ ਖੁਦਾ ਵਿੱਚ ਗਵਾਹ ਹੈ, ਤੂੰ ਰੱਬ ਦੇ ਨਾਂ ਤੇ ਸਹੁੰ ਚੁੱਕੀ, ਪਰ ਸਾਨੂੰ ਤੇਰੀ ਉਸ ਸਹੁੰ ਤੇ ਕੋਈ ਭਰੋਸਾ ਨਹੀਂ ਹੋ। ਅਗਲਾ ਬਚਨ ਹੈ, ਨਾ ਕਤਰਾ ਮਰਾ ਇਤਬਾਰੇ ਬਰੋਸਤ, ਨਾ ਕਤਰਾ ਮਰਾ ਇਤਬਾਰੇ ਬਰੋਸਤ। ਕਤਰਾ ਦਾ ਅਰਥ ਨਾ ਥੋੜਾ ਜਿਹਾ, ਮਰਾ ਦਾ ਅਰਥ ਮੈਨੂੰ, ਬਰੋਸ ਦਾ ਅਰਥ ਉੱਤੇ। ਨਾ ਕਤਰਾ ਮਰਾ ਇਤਬਾਰੇ ਬਰੋਸਤ, ਮੈਨੂੰ ਕਤਰਾ ਭਰ ਵੀ, ਰੰਚਕ ਪੱਤ ਭਰ ਵੀ ਤੇਰੇ ਉੱਤੇ ਭਰੋਸਾ ਨਹੀਂ ਕਿ ਬਖਸ਼ੀ ਵਾ ਦੀਵਾਨ ਹਮਾ ਕਿਜਬ ਗੋਸ਼ਤ। ਤੇਰੇ ਜਿਹੜੇ ਵਜ਼ੀਰ ਨੇ, ਤੇਰੇ ਜਰਨੈਲ ਨੇ, ਤੇਰੇ ਜਿਹੜੇ ਕਾਜੀ ਨੇ, ਸਭ ਤੋਂ ਝੂਠੇ ਨੇ ਤੇ ਝੂਠ ਬੋਲ ਰਹੇ। ਮੈਂ ਬੇਨਤੀ ਕਰਾਂਗਾ 6 ਪੋਹ ਦੀ ਰਾਤ ਤੁਸੀਂ ਹਰ ਸਾਲ ਇਹ ਸਾਰੇ ਸਮਾਗਮ ਅਟੈਂਡ ਕਰਦੇ ਹੋ, ਦੇਖਦੇ ਹੋ। ਮਾਰੇ ਚੱਲ ਪਿਆ, ਮੀਂਹ ਪੈ ਰਿਹਾ ਹੈ, ਸੀਤ ਹੱਡੀਆਂ ਨੂੰ ਚੀਰਦੀ ਪਈ ਹੈ, ਉੱਤੇ ਬੱਦਲ, ਮੀਂਹ, ਥੱਲੇ ਪਾਣੀ, ਚਾਰ ਚੁਫੇਰੇ ਹਨੇਰਾ ਹਨੇਰਾ, ਉਧਰੋਂ ਦੁਸ਼ਮਣ ਚੜਿਆ ਆ ਰਿਹਾ ਹੈ। ਪਰ ਜਦੋਂ ਸਤਿਗੁਰੂ ਜੀ ਸਰਸਾ ਦੇ ਕਿਨਾਰੇ ਆਉਂਦੇ ਆ ਨਾ, ਅਸੀਂ ਸਾਰੇ ਸੁਣਾਉਂਦੇ ਆ, ਪਰਿਵਾਰ ਵਿਛੋੜਾ ਉਸ ਯਾਦ ਵਿੱਚ ਹੈ। ਉੱਥੇ ਅੰਮ੍ਰਿਤ ਵੇਲੇ ਸਤਿਗੁਰੂ ਆਪ ਆਸਾ ਕੀ ਵਾਰ ਦਾ ਕੀਰਤਨ ਕਰਦੇ। ਹੁਣ ਇਹਦਾ ਮਤਲਬ ਸਿੱਧਾ ਜਿਹਾ ਆਪਾਂ ਸਮਝ ਲਈਏ ਕਿ ਇੰਨੀ ਵੱਡੀ ਮੁਸੀਬਤ ਹੋਵੇ ਜਿਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਵੀ, ਦੁਨਿਆਵੀ ਤੌਰ ਤੇ ਵੀ, ਜਿਸਮਾਨੀ ਤੌਰ ਤੇ ਵੀ, ਰੂਹਾਨੀ ਵੀ ਕਹਾਂਗਾ, ਕਿ ਕਿੱਡਾ ਵੱਡਾ ਮਹਾਰਾਜ ਦਾ ਵਿਦਿਆ ਸਾਗਰ ਗ੍ਰੰਥ ਜਲ ਦੀ ਭੇਟ ਚੜ ਗਿਆ, ਕਿੰਨੇ ਸਿੱਖ ਰੁੜ ਗਏ, ਕਿੰਨੇ ਸ਼ਹੀਦ ਹੋ ਗਏ। ਪਰ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਹੋਇਆ ਤੇ ਉੱਥੇ ਵੀ ਆਸਾ ਕੀ ਵਾਰ ਦਾ ਕੀਰਤਨ ਕੀਤਾ। ਜਦੋਂ ਇਹ ਕਈ ਵਾਰੀ ਅਰਥ ਕਰਨੇ ਜੀ ਮਨ ਚ ਆਉਂਦਾ ਵੀ ਅਸੀਂ ਕਵੀਆਂ ਦੀਆਂ ਉਦਾਹਰਨਾਂ ਵੀ ਦਿੰਨੇ ਆ। ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਇਹਦਾ ਮਤਲਬ ਅੰਮ੍ਰਿਤ ਵੇਲਾ ਹੋ ਗਿਆ
था चाहता कलगीधर के दिले बेकरार का, मौका मिले तो भजन कर ले किरदगार का। जप जी, फिर सुनियो, जप जी का जाप उस घड़ी करना जरूर था, पढ़ के गुरु ग्रंथ को भरना जरूर था। अमृत वेला है। हुण जदों ਇਹ ਇਤਿਹਾਸ ਨੂੰ ਸਾਹਮਣੇ ਰੱਖਨੇ ਆ ਤੇ ਮਨ ਚ ਆਉਂਦਾ ਵੀ ਗੁਰਬਾਣੀ ਇਸ ਗੱਲ ਦੀ ਇਹ ਸ਼ਾਦੀ ਗਵਾਹੀ ਦੇਗੀ ਜੀ ਕਿ ਇੰਨਾ ਕੁਝ ਹੋਵੇ ਤੇ ਸਿਮਰਨ ਅੰਮ੍ਰਿਤ ਵੇਲਾ ਜਾ। ਹਾਂ, ਇੱਕ ਸ਼ਲੋਕ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ ਮਾਝ ਕੀ ਵਾਰ ਵਿੱਚ। ਇਹ ਸ਼ਲੋਕ ਹੈ, ਜੇ ਦੇਹ ਹੈ ਦੁੱਖ ਲਾਈਐ। ਫਿਰ ਅਰਥ ਸੁਣਿਓ, ਜੇ ਦੇਹ ਹੈ ਦੁੱਖ ਲਾਈਐ, पाप ग्रह दोए राह, रत पीने राजे सिरें ऊपर रखियां, एवं जापै भाओ। हुण तीन बेनतियां मेरियां सुनियो, वह महाराज दा हुक्म है। जे मान लो शरीर नूं बीमारी लग जाए, कोई रोग लग जाए, जे देख है दुख लाई है, शरीर नूं दुख लग जाए, पाप ग्रह राहु ते केतु, खैरे दी फिर किते व्याख्या ग्रह चाल समा भी अपने उल्ट चलता होवे, क्योंकि समा बंदे दा सदा इक्को जिहा नहीं रहिंदा। जे देख है दुख लाइए, पाप ग्रह दोए राह, रत पीने राजे सिरां ऊपर रखियां। शरीर नूं रोग भी लगा होवे, समा भी उल्ट चलदा होवे, ते जुल्म करन वाले खून पीण वाले राजे जिहड़े ने वो सच एवे जालम बन के सानू खत्म करना चाहते हो। फिर की करिए? रत पीने राजे सिरे ऊपर रखिए, एवं जापै भाओ। ते महाराज कहते इन्नी मुसीबत दुख भी आ जाए, वाहिगुरु जी पी तू है सालाना आखन लह ना चाहो मेरे वै परमात्मा। इन्ने दुख विच भी मन दा चाह एवे कि करतार तुहाडी ही बंदगी करा। मैं सिर्फ इन्नी की बेनती आप नूं करनी है जी। महाराज जी ने ये शब्द वरते ने अज कि अमृत वेले उठ के, अर्थ मैं कर रहा, इशनान करके परमात्मा दा सिमरन करके, ते सच्चे पातशाह महाराज कहंदे ने इहदे नाल तन भी अरोग होवेगा ते इहदे नाल मन भी अरोग होवेगा। सच है कि सिमरन जिहड़ा वो अंदर नूं अरोगता देगा, साडे तन नूं अरोगता देगा। तन ते मन दोनों अरोग होणगे ते करोड़ां जिहड़े विघन ने गुरमुखो, इदू वड्डा नुकता हुण आपां की चाहने? आपां पुछना जी साडे रुकावटां आईयां ने काम च, साडे शरीर ठीक नहीं, मैनूं आ बीमारी है, ते सतगुरु ने ये दो तुकां विच एडा वड्डा सूत्र रख दिता कि भाई अमृत वेले उठ के इशनान करो, इशनान करके नाम जपो, करोड़ां विघनां दा भी नाश हो जाएगा ते तन मन जिहड़े ने बिल्कुल अरोग हो जाणगे। इस नाल अरोग हुंदे हन प्रभ बाणी शबद सुभाखिया। हुण इस तो अगे रहाउ दीआं तुकां ने जी, दो तुकां ने। पहली तुक दा पाठ भाई साहब जी ने किया, प्रभ बाणी शब्द सुभाखिया। प्रभ दा अर्थ हो गया प्रभु। उंज बाणी दे अर्थ गुरु ग्रंथ साहिब च बहुत ने जी, बहुत ज्यादा, पर हां जिथे प्रकरण अनुसार वखरे वखर ते आए। इत्थे बाणी दा अर्थ करांगे परमात्मा दा यस, परमेश्वर दी यस रूपी बाणी। प्रभ बाणी परमात्मा दी बाणी, ओदा यस, ओदी सिफत सलाह वाहिगुरू जी दी। शब्द सो भाखिया, भाखिया दा अर्थ ना बोलना, जिवें एक हुंदा जस, एक हुंदा सुयस, एक हुंदा प्रसन्न, एक हुंदा सुप्रसन्न। इत्थे महाराज बख्शिश कर रहा, प्रभ बाणी परमेश्वर दी सिफत सलाह वाली बोली, ओदी बाणी। महाराज कहंदे शब्द करते पुरख वाहिगुरू जी दा जिहड़ा शब्द है, सो भाखिया दरते सोहना आखिया, सोहना बोलिया, चंगा किया। ਇਹਦੇ ਹੁਣ ਸਿੱਧੇ ਅੱਖਰੀ ਅਰਥ ਤੋਂ ਬਾਅਦ ਅਸੀਂ ਕਥਾ ਰੂਪ ਚ ਅਰਥ ਕਰਨੇ ਆ ਕਿ ਪਰਮਾਤਮਾ ਦੀ ਯਸ ਰੂਪ ਜਿਹੜਾ ਸਿਫਤ ਸਲਾਹ ਰੂਪ ਬਾਣੀ ਹੈ ਜਾਂ ਉਹਦੀ ਸਿਫਤ ਸਲਾਹ ਹੈ, ਇਹ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਸੁਭਾਖਿਆ ਚੰਗੇ ਤਰੀਕੇ ਨਾਲ, ਸੋਹਣੇ ਢੰਗ ਤਰੀਕੇ ਨਾਲ, ਸੱਚ ਐਵੇਂ ਅਤ ਦੇ ਸੋਹਣੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ। ਫਿਰ ਅਰਥ ਹੈ ਜੀ ਗੁਰਬਾਣੀ परमात्मा दी सिफत, प्रभ बाणी शब्द सुभाखिया, परमेश्वर दी सिफत सलाह दी जड़ा शब्द है उस सतगुरां ने अपनी रसना तो बहुत सोहना बोलिया है। गावो सुनो पढ़ो नित पाई। हुण अगले बचन सुनियो जी, गावो
ਸੁਣੋ ਪੜ੍ਹੋ ਪੜ੍ਹੋ ਨਿਤ ਭਾਈ। ਸਤਿਗੁਰੂ ਸਮਤ ਦੇ ਰਿਹਾ ਕਿ ਇਹ ਜਿਹੜੀ ਸੋਹਣੀ ਬਾਣੀ ਹੈ, ਜਿਹਨੂੰ ਆਪਾਂ ਧੁਰ ਕੀ ਬਾਣੀ ਕਹਿੰਦੇ ਆ, ਗੁਰੂ ਕੀ ਬਾਣੀ ਕਹਿੰਦੇ ਆ, ਅੰਮ੍ਰਿਤ ਬਾਣੀ ਕਹਿੰਦੇ ਆ, ਸਾਧ ਕੀ ਬਾਣੀ ਕਹਿੰਦੇ ਆ, ਸਾਰੇ ਸ਼ਬਦ ਖਸਮ ਕੀ ਬਾਣੀ ਸਤਿਗੁਰਾਂ ਨੇ ਸ਼ਬਦ ਵਰਤੇ। ਕਹਿੰਦੇ ਇੱਕ ਕੰਮ ਕਰੋ, ਇਹ ਸ਼ਬਦ ਬੜੇ ਸੋਹਣੇ ਨੇ, ਇਹਦੀ ਕੋਈ ਕੀਮਤ ਨਹੀਂ। ਦਾਸ ਨੇ ਇੱਕ ਵਾਰੀ ਜਿੱਦਨ ਹੁਕਮਨਾਮਾ ਪਿਛਲੇ ਦਿਨ ਆਇਆ, ਇਹ ਅਰਜ਼ ਕੀਤੀ ਸੀ, ਪਿਆਰਿਓ ਇਸ ਸ਼ਬਦ ਦੀ ਕੋਈ ਕੀਮਤ ਨਹੀਂ, ਨਾ ਕੋਈ ਵਿਦਵਾਨ ਨਾ ਕੋਈ ਬੰਦਾ ਕੋਈ ਨਹੀਂ ਪਾ ਸਕਦਾ ਜੀ। ਸਤਿਗੁਰੂ ਦਾ ਇਹ ਬਚਨ ਕਿ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚਾਂ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਖਰਚਦੇ ਨੇ ਖਾਂਦੇ ਨੇ, ਤੋਟਾ ਨਹੀਂ, ਪਰ ਅਮੁੱਲਕ ਹੈ ਨਾ ਜੀ, ਇਹਦਾ ਕੋਈ ਮੁੱਲ ਨਹੀਂ ਪੈ ਸਕਦਾ। ਇੱਥੇ ਫਿਰ ਮੈਂ ਅਰਜ਼ ਕਰਾਂਗਾ, ਇਹਨੂੰ ਫਿਰ ਸਤਿਗੁਰੂ ਕਹਿੰਦੇ ਇੱਕ ਕੰਮ ਕਰੋ, ਇੱਕ ਤਾਂ ਬਾਣੀ ਗਾਵੋ, ਤਿੰਨ ਗੱਲਾਂ ਯਾਦ ਰੱਖਿਓ। ਇਹਦਾ ਮਤਲਬ ਕੀਰਤਨ ਕਰੋ, ਗਾਓ। ਫਿਰ ਅਗਲਾ ਬਚਨ ਹੈ ਸੁਣੋ ਭਾਈ। ਜੇ ਗਾ ਨਹੀਂ ਸਕਦੇ, ਗਾਉਂਦੇ ਹੋਏ ਨੂੰ ਧਿਆਨ ਨਾਲ ਸੁਣ ਲਓ, ਗਾਵੋ ਵੀ ਤੇ ਸੁਣੋ ਵੀ। ਪੜ੍ਹੋ, ਫਿਰ ਬਾਣੀ ਦਾ ਪਾਠ ਕਰੋ, ਬਾਣੀ ਨੂੰ ਗਾਓ, ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਪੜ੍ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਤਿਗੁਰਾਂ ਦੀ ਅਸੀਸ ਹੈ। ਗੁਰ ਪੂਰਾ ਤੂੰ ਰਾਖਿਆ, ਇਹ ਪੂਰੇ ਸਤਿਗੁਰਾਂ ਨੇ ਹੱਥ ਦੇ ਕੇ ਰੱਖਿਆ ਹੈ। हे ਭਾਈ, ਫਿਰ ਇਸ ਬਚਨ ਨੂੰ ਜਿਹੜੀ ਧੁਰ ਕੀ ਬਾਣੀ ਨੂੰ ਗਾਓ, ਪੜੋ ਤੇ ਸੁਣੋ, ਤੇ ਨਿਤ, ਇਹ ਨਹੀਂ ਕਿ ਇੱਕ ਦਿਨ, ਸਿਰਫ ਇੱਕ ਦਿਨ, ਨਿਤ ਥੋੜਾ ਜਾਓ ਅਸੀਂ ਸਤਿਗੁਰਾਂ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਜੀ। ਕਿਉਂਕਿ ਗੁਰਬਾਣੀ ਦੀ ਸਿਫਤ ਵਿੱਚ ਵੀ ਸਤਿਗੁਰਾਂ ਨੇ ਬੇਅੰਤ ਬਚਨ ਉਚਾਰਨ ਕੀਤੇ ਨੇ। ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਸਾਰੇ ਪੜ੍ਹਨੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਬਾਣੀ ਵਿੱਚ ਜਿਹੜਾ ਨਾਮ ਅੰਮ੍ਰਿਤ ਹੈ, ਸਾਰੇ ਦਾ ਅਰਥ ਸੰਭਾਲ ਕਰਦਾ ਹੈ। ਜਿਹੜਾ ਸਤਿਗੁਰੂ ਜੀ ਦੀ ਬਾਣੀ ਵਿੱਚ ਪਏ ਹੋਏ ਨਾਮ ਅੰਮ੍ਰਿਤ ਦਾ, ਦੈਵੀ ਗੁਣਾ ਦਾ, ਪਰਮੇਸ਼ਵਰ ਦੇ ਉਸ ਗਿਆਨ ਦੇ, ਰੂਹਾਨੀ ਗਿਆਨ ਦੇ ਅੰਮ੍ਰਿਤ ਨੂੰ ਸੰਭਾਲਦਾ ਹੈ। ਮਹਾਰਾਜ ਕਹਿ ਰਹੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਗੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਹੈ, ਗੁਰ ਬਾਣੀ ਕਹੈ। ਸਤਿਗੁਰੂ ਆਪਣੇ ਮੁਖ ਤੋਂ ਬਾਣੀ ਆਖਦੇ ਨੇ, ਉਚਾਰਨ ਕਰਦੇ ਨੇ, ਗੁਰ ਬਾਣੀ ਕਹੈ। ਸੇਵਕ ਜਨ ਮਾਨੈ, ਪਰਮਾਤਮਾ ਦਾ ਸੇਵਕ ਦਾਸ ਨਿਮਰਤਾ ਸਹਿਤ ਉਸ ਬਾਣੀ ਨੂੰ ਮੰਨ ਲੈ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਚ ਇਹ ਜਿਹੜਾ ਗੁਰੂ ਕੀ ਬਾਣੀ ਨੂੰ ਮੰਨ ਲਏਗਾ, ਸਤਿਗੁਰੂ ਪ੍ਰਤੱਖ ਉਹਦਾ ਪਾਰ ਉਤਾਰਾ ਕਰਦੇ। ਇੱਕ ਹੋਰ ਅਰਜ਼ ਹੈ, ਪਿਛਲੇ ਦਿਨੀ ਗੁਰੂ ਰਾਮਦਾਸ ਯੂਨੀਵਰਸਿਟੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਜੀ ਪ੍ਰਬੰਧਕ ਹੈ, ਤੇ ਬੈਠੇ ਨੇ ਗੁਰੂ ਕੇ ਪਿਆਰੇ ਸਾਰੇ, ਉੱਥੇ ਗੁਰੂ ਰਾਮਦਾਸ ਜੀ ਦਾ ਪੁਰਬ ਮਨਾਇਆ। ਤੇ ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਜੀ, ਹੁਣ ਸਾਡੇ ਵਾਸਤੇ ਗੁਰਬਾਣੀ ਤੋਂ ਅੱਗੇ ਕੁਛ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ। ਤੇ ਸਾਡੀ ਰਹਿਤ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਹੈ, ਹਰ ਸਿੱਖ, ਕੱਲੇ ਪਾਠੀ ਨਹੀਂ, ਹਰ ਸਿੱਖ ਜਿਹੜਾ ਇਹ ਕਹਾਉਂਦਾ ਹੈ ਜੀ ਮੈਂ ਗੁਰੂ ਗ੍ਰੰਥ ਸਾਹਿਬ ਜੀ, ਬੜਾ ਫਰਕ ਹੈ ਜੀ। ਇਮੋਸ਼ਨਲ ਹੋ ਕੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ,